ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚੋਂ ਦੇ ਵਾਰਤਕ ਭਾਗ ਵਿੱਚੋਂ ਬੇਬੇ ਜੀ ਲੇਖ ਪੜ੍ਹਾਂਗੇ, ਜੋ ਕਿ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਲਿਖਿਆ ਗਿਆ ਹੈ। ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਹਰਪਾਲ ਸਿੰਘ ਪੰਨੂ ਦੇ ਜੀਵਨ ਉੱਤੇ ਇੱਕ ਝਲਕ ਮਾਰਦੇ ਹਾਂ। ਪੜ੍ਹਦੇ ਹਾਂ। ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਨੂੰ ਪਿਤਾ ਰਣ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਸਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਆਪ ਦੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਧਰਮ ਅਧਿਐਨ ਯੂਨੀਵਰਸਿਟੀ ਕੁੰਭ, ਈਰਾਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ ਹਨ। ਗੌਤਮ ਤੇ ਤਾਸ਼ਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਕ ਰਵਿੰਦਰਨਾਥ ਟੈਗੋਰ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ। ਇਹਨਾਂ ਦੁਆਰਾ ਕੀਤੀ ਗਈ ਰਚਨਾ। ਹੁਣ ਅਸੀਂ ਬੇਬੇ ਜੀ ਲੇਖ ਬਾਰੇ ਪੜ੍ਹਾਂਗੇ। ਸ਼ੁਰੂ ਕਰਦੇ ਹਾਂ। 4-5 ਸਾਲ ਦੀ ਉਮਰ ਤੱਕ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹੀ ਉੱਪਰ, ਖੂਹ ਜਿੱਥੋਂ ਔਰਤਾਂ ਪਾਣੀ ਭਰਨ ਜਾਂਦੀਆਂ ਹਨ, पानी भरन जाती था। हर गेड़ मतलब जितनी बार वो हो जाती, जितने उनके चक्कर लगते, गेड़ मतलब चक्कर। हर गेड़ मैं उस दे कमीज़ दी कन्नी फड़ी नाल तुरी जांदा मतलब चली जांदा। कई बार लत्तां विच उलझ के डिगदा ते बेबे डिगणों मसां बचदी। जदों बेबे घर विच हुंदी तां दिन रात त्योहार वर्गे हुंदे। पढ़दे खेडदे, डंगर चारदे, डंगर भाव पशु, खेती विच हत्थ वटाउंदे, दरख्तां ते चढ़दे उतरदे, छालां मारदे, नहर विच छाल मारदे, रेत विच लिटदे, फिर नहर विच छाल, सੱਟ ਫੇਟ बीमारी नेड़े तेड़े नहीं सी। जिउंदा जागदा पूरा घर हुंदा। जदों कदी बेबे रिश्तेदारी विच गई, 2-4 दिन ना आउंदी तां असीं चुप-चाप गुम-सुम ਜਿਹੇ ਫਿਰਦੇ ਰਹਿੰਦੇ ਇੱਧਰ ਉੱਧਰ। ਭਾਵ ਜਦੋਂ ਬੇਬੇ ਕਿਤੇ ਚਲੀ ਜਾਂਦੀ ਤਾਂ ਬੱਚਿਆਂ ਦਾ ਮਨ ਨਾ ਲੱਗਦਾ। ਬੇਬੇ ਯਾਨੀ ਕਿ ਉਹਨਾਂ ਦੀ ਮਾਂ। ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਭਾਵ ਡਾਂਟਣੇ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ। ਵਾਹੀਕਾਰ ਮਤਲਬ ਜ਼ਿਮੀਂਦਾਰ। ਜੋ ਦੋਹਾਂ ਕੋਲ 50 ਏਕੜ ਜ਼ਮੀਨ ਸੀ, ਮਤਲਬ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਅਤੇ ਤਾਜ਼ੀ ਸੂਈ ਛੱਡ ਜਾਂਦੇ ਕਿ ਜੋ भैंस या गाय दूध नहीं देती उसको ले जाते, और जो दूध देने वाली होती वो उसे छोड़ जाते। घ्यो दिंदे, खोआ दिंदे, घोड़ी ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੁੰਦਾ ਹੈ ਕਿ ਇਹ ਸਭ ਉਹਨਾਂ ਨੂੰ ਸਵਰਗ ਵਰਗਾ ਲੱਗਦਾ ਸੀ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਕਿਹਾ, ਅਕਲ ਨਾਲ, ਹਲੀਮੀ ਨਾਲ, ਹਲੀਮੀ ਭਾਵ ਨਿਮਰਤਾ ਨਾਲ ਗੱਲ ਕਰੀ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ ਮਤਲਬ ਅਲੱਗ-ਅਲੱਗ। ਜਾ ਗੁਰ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ दादके। नानके यानी कि जो उसका ननिहाल पक्ष था, और दादके यहाँ पे उसके दादाजी का घर था। पिंड ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ। ਮੈਂ ਖੂਬ ਹੱਸਦਾ ਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲੇ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੂੰਝ ਕੇ ਮਤਲਬ साफ करके पूंछ के आखदी, कटरू बछरू भाव जो भैंस का बच्चा होता है उसको बोला गया कटरू, और जो गाय का है बछरू। सरहदां उपर दुश्मन नाल लड़न नहीं जाते। तू वेख्या नहीं, अखां तो दूर होण लगण तां गावां मੱਝਾਂ रंबण रिंगण लगदियां हन अते तुड़ाउंदियां हन, मतलब वो भी चिल्लाने लगती हैं।
ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ। ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ है, ਕੀ पता कद ਕੀ वापर जावे। मतलब जब तक माँ बाप के सामने बच्चे होते हैं तब तक वो सही सलामत रहते हैं, उनकी आंखों से दूर होते कोई भी घटना घट सकती है। हो सकता कदे भी ना समझ सका क्योंकि तेरी किस्मत विच माँ होना नहीं लिखिया। कि लेखक नूं कह रही है कि तैनू ये गल्लां दी हले समझ नहीं और ना ही तू कदे समझ सकदा है क्योंकि तू एक माँ नहीं है। फिर वो असीसां दे के तोर दी। बेबे दस्सिया करदी तेरी छोटी मामी गुरदयाल कुर दा रंग धुप वर्गा सी, मतलब धुप वर्गा वाइट बहुत गोरा। लालियां झड़दियां सन मूँह ते हीर सी बस मेहनत नाल घड़ी रब ने कंध तो उतर के जिमें कोई तस्वीर तुरन लगे, मतलब वो उनकी सुंदरता बयान कर रही है। भाभी कानू मेरी तो सहेली सी, मैं एक दिन कहा कुड़े ख्याल रखी मेरा, तेरी ये नणंद गरीबनी है। वो मेरे पैरी चुन्नी रख के बोली मैं कद हाँ इस घर दी मालकन, मैं तो बांदी हाँ मतलब दासी हूँ, तुहाडी सारियां दी बांदी रहूँगी उम्र भर। दशहरे तो पहला साडे कच्चे घर की लिपा पोची का काम शुरू हो जाता। असी सारे रल के काम करते। कंधा उपर पांडू का परोला, पांडू यानी पांडू मिट्टी होती है जो वाइट मिट्टी होती है, उसका पोचा लगाते। पांडू का परोला फिरदा ते फर्श गारे नाल लिपे जाते। कोई गारे विच पानी पा रहा हुंदा, दूजा कही नाल गोहा यानी कि गोबर ते तूड़ी गारे विच रला लिया हुंदा। जो लाल मिट्टी होती है उसमें गोबर और तूड़ी मिला के, जो भूसा होता है उसे मिला के उसका लेप करते थे। फर्शों को फर्श बनाए जाते थे, उनके ऊपर लेप लगाया जाता है। कोई चीज़ां वस्तां परे परे कर रहा हुंदा ते कोई लिपण विच मददगार हुंदा। खुरलियां जो पशुओं के चरने की जगह होती है। साथ तक सब कुछ लिपिया जाता। घर दियां छत्तां भी पशुआं दे सिंगां नूं तेल ला दिंदे। चारे पासे सुगंधियां कंधां उपर टंगण लई बापू जी तस्वीरां लिआउंदे। कणकां पक्कण लगदियां, ਬੱਦਲ चढ़ आउंदे। विसाख दे महीने तेज धार बारिशां हुंदियां। असीं आखदे ਇਹ ਕਿਹੜੇ मौसम ਦਾ ਮੀਂਹ ਹੋਇਆ। बेबे आखदी विसाख ਦਾ ਮਹੀਨਾ ਦੱਸਿਆ ਕਰਦਾ ਹੈ कि मेरे विच ते सौण विच कोई फर्क नहीं, इन्ना कुछ फर्क है कि मेरे पिछे तुरे आउंदे। मेरे पिछ लग जेठ अते हाड़ खे उड़ाऊ हन, सौण दे पिछे पिछे तुरे आउंदे। उस दे दोस्त भादों अते अस्सू उसे वर्गे हन, खौरू पाऊ तां साउण दी कदर बणी। गल करदियां सुनदियां उपमा अलंकार बेबे दे मुँहों सहज सभा उतरदे। मतलब वो जैसे महीनों के बारे में बातें करती है तो वो भी उनका उपमा अलंकार इसमें है, क्योंकि वो उनकी जैसे वो दोस्तों की जैसे उनके दोस्तों का एग्जाम्पल देती है कि इंसानों की तरह उनका जिक्र कर रही है। एक बार मैं ते बेबे दोवें बस विच बैठे किधरे जा रहे सां तां दोहां नूं अड्डो अड्ड सीट मिली। अड्डो अड्ड मतलब अलग अलग, एक साथ सीट नहीं मिली। थोड़ी देर बाद बेबे अपनी सीट तो उठ के मेरी सीट उपर नाल ही तंग जी होके बैठ गई। मैं उत्थों उठ के आने का कारण पूछा तो बोली ओ सीट, मतलब उस सीट, यहाँ से वो उठ के आई थी। ओ सीट ते जेड़ा बंदा मेरे नाल बैठा सी ताकी वाले पासे उसका मूँह देख। कि वो बता रही है कि उसका मूँह देख। भुजिया खाण वेले मूँह खोलदा है तो ऐ लगदा है जिवें टैची केस खुल गया होवे। भुजिया खाई जांदा है, नाल वाले नाल गल्लां भी करी जांदा है, हसी भी जांदा है। भुजिया उसके मूँह विचों इउं गिरदा है, मतलब नीचे गिर रहा है जिवें चौलों के सैलर की पाइप विचों फक बाहर डिगदी है। उत्थे नहीं बैठा जाता। कि वहाँ पे किसी के बारे में वो जिक्र कर रही है कि वो ऐसे भुजिया खा रहा है जो मुझे सही नहीं लग रहा, मैं वहाँ पे नहीं बैठ सकती। उत्थे नहीं बैठा जाता मेरे तो। ये तो अंब भी बेर वांग मूँह विच पाउंदा होवेगा। साबत गुठली सने मेथों हासा ना रुकिया, मतलब वो बहुत हंसने लगता है। बेबे जिमें भाषा दी टकसाल सी, मतलब भाषा दी टकसाल से उनको बहुत ज़्यादा भाषा आती थी। कोई वड्डा जोखम भरिया काम छेड़न वालों जदों असी बेबे नाल खतरियां बारे गल करदे तां ओह आखदी मक्खियां दे डंग तो डरदियां आदमी ने मखियाल खाना नहीं छड्डिया। मखियाल भाव शहद, कि मक्खियाँ कि जो मधुमक्खियाँ होती है उनके डंक से डरते हुए हम शहद खाना नहीं छोड़ते, हम फिर भी शहद निकालते हैं। दुलत्ते मार दियाँ गावां दा। दुलत्ते मतलब पैरों से जब दूध निकालते हैं तो वो जब अपनी टांग मारती है गाय। दुलत्ते मार दियाँ गावां दा दुध चोणों की असी हट जाते हैं, मतलब दूध निकालने से क्या हम जब वो पैर मारती है तो हम रुकते नहीं हैं।
कदी कहा है किसी ने इन्नी तूड़ी विचों कौन दाने कढ़दा फिरे। खेत इस करके नहीं वाहण जावांगे कि कंडियाई बड़ी है। किले दी कंध वांग जमीआं होईयां रोहियां तोड़ के तैयार कीती जमीन दे अन्न दी रोटी पका के खाधी है। मतलब जब ज़मीन, वो एग्जाम्पल दे रही है कि हमारे टाइम में ज़मीनों को हमने साफ़ किया था, उसमें बहुत सारे कांटे झाड़ियाँ थी, फिर उसको समतल किया, फिर वहाँ पे अन्न उगा के हमने खाना खाया था। असा तुसी माड़े को खतरे तो घबरा जाते। वो कह रही है कि हमने इतने खतरे बर्दाश्त किए, आप लोग छोटे से खतरे से घबरा जाते हो। जवानी दे दिनी इन्नी ताकत होया करदी सी, इन्ना हौसला कि प्यास लगी है फिर की होया जे पानी नहीं, खूह पुट्टो ते पानी पियो। कि हमारे जवानी के दिनों में हमें अगर प्यास लगी है तो हम कुआं खोद के फिर निकाल के पानी पीने का हौसला रखते थे। औखी चीज़ है किहड़ी, जे रब साथ देवे भरोसा रखो गुरु तुहाडे अंग संग है। अंग संग है भाव तुम्हारे साथ है। बेबे नूं जे पता लगदा कि किसी गुआंढी ने अपनी जनानी मतलब अपनी पत्नी उपर हथ चुक्या है, मतलब उसे मारा है, ता उलांबा देन उसके घर जाती, मतलब वहाँ पे उसको बोलने के लिए जाती। आखदी वे धरती नूं कुट लिया तेरी जनानी नूं, जिहा जनानी नूं कुट लिया, कि मतलब धरती को पीटने बराबर है जो अपनी पत्नी को पीटते हैं। इस विच कादी सूरम गति, कोई है शर्म हया तैनू, डोब देंगा इस गऊ दा होका, रोटी पकदी बुरी लगन लगी तैनू बेशरम। सुन के सारे सुन्न हो जाते। एक बार पिंड किसी कम किसी दे घर गई, बेबे आके कहन लगी बड़ा वड्डा टब्बर है उन्हां दा। मैं पुछया तुसी कित्थों देख लिया सारा टब्बर। बेबे ने हस के कहा टब्बर देख के की करना सी, करतारपुर रोटियां पकाउंदी वेखी, वड्डी प्रांत विच गुन्निया होया आटा इउं लगदा सी जिवें भेड़ मार के लिटाई होवे। मैनू खूब हासा आया कि वो उसे बता रही है कि वो जब खाना बना रही थी तो इतना आटे का वो खाना बना रही थी जैसे वो भेड़ हो, इतना मतलब बहुत सारा आटे की रोटियां बन रही थी। सुनेहा मिलिया, बेबे जी ने सद्या है, हुणे चले जाना। मैं तुरंत गया तो हाल चाल पूछा। बेबे कहन लगी इन्ने दिन आया क्यों नहीं। मैं दस्या कि ड्यूटी के काम काज बहुत हैं तो तुहाडे कोल रौनक तो लगी ही रहिंदी है। बेबे ने कहा ये रौनक मैं की करनियां हन, मैं ओ जिंदरा हाँ जिहड़ा किसी वड्डे किले नूं लगदा हुंदा है। मेरे बच्चे इस जिंदरे दियां कुंजियां हैं। जिंदरा मतलब ताला और कुंजियां जो उसकी की होती है, चाबी। तुहाडे आउण नाले जिंदरा खुलदा है, रौनकां नाल नहीं। मतलब रौनकां जो उनके चारों तरफ शोर मचता रहता है, खुशियाँ होती रहती है कि उनसे मुझे कुछ वास्ता नहीं है। मुझे तो जब मेरे बच्चे मेरे पास आते हैं तभी ये जिंदरा, तभी ये ताला खुलता है, तभी ये बातें करती अपने मन की। मैं हुण मिट्टी दा बहुत वड्डा ते पुराना थे हाँ, थे मतलब बहुत बड़ा टीला। इस नूं फरोलेगा तो कई कुछ मिलेगा, ठीकरे निकलणगे, हड्डियां मिलणगियां, वड्डा खजाना ना सही कोई सिक्का कोई गहना लभ सकदा है। आखिर इत्थे एक देश वसदा सी, कदे जे हुण थे हो गया, कदी कदाई आके इसनूं फरोल फराल लिया करो। भाव कि वो अपना एग्जाम्पल देती है कि मैं टीले की तरह हूँ जिसनूं फरोलन ते बहुत कुछ निकलेगा, इसलिए मतलब बहुत सारियां गल्लां उन्हां दे नाल करेगी। बेबे एक दिन कहन लगी किन्ने पापी हो गए ने तेरे पिंड दे लोग। तेरे पिंड दे भाव अपने बच्चों नूं कहंदी है, क्योंकि उसनूं वो अपना घर नहीं सी समझदी, अपना घर वो उसनूं समझदी जिੱਥੇ उसदा जन्म होया सी। मोरां नूं मार के खा जांदे हन, मुर्गियां यानी कि मुर्गियां ताकि कुंजां नूं भी नहीं छड्डदे। कोई उच्ची दे के मोर वांग क्यांको कह दो तां दड़ो गोली मार देण। कि गिरजां तां रहियां नहीं हुण कि अगर कोई सिर्फ मोर की आवाज़ ही निकाले तब भी ये गोली मार दें। गिरजां तां रहियां नहीं हुण, चील मतलब ये हड्डा रोड़ी विच क्यों नहीं बैठते मुर्दार खान, कि ये जाके यहाँ पे मरे हुए पशुओं को फेंकते वहीं चले जाएं, क्योंकि वो उनके मांसाहारी होने से परेशान थी। बेबे नूं हुण घट सुनदा घट दिसदा, मतलब घट मतलब कम सुनता और कम दिखता। सानू देख के कदी खुश हो जाती कदी उदास। मैं क्या असी खुशी की गल तां दस दिंदे हां, कई बार उदास करन वाली गल नहीं दसदे। बेबे ने कहा मैनू पता लग जाता है तुहाडी तौर तो, मतलब तुम्हारी चाल से। गल्लां करदियां ते तुहाडे चेहरे देखदी हां, गल नहीं सुनदी पर पता लग जाता है तुसीं दुख विच हो के सुख विच। बेबे की उम्र 90 साल तो उत्ते हो गई। 16 साल की उम्र विच वो मेरे पिंड विआही होई आई।
ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਬਣਿਆ, ਉਸ ਦਾ ਪਿੰਡ ਉਹੀ ਹੈ ਜਿੱਥੇ ਉਸ ਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹੀ ਆਖਦੀ ਹੈ, ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇੱਕ ਰਾਜਧਾਨੀ ਟੁੱਟ ਜਾਵੇਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਅੱਗੇ ਮਤਲਬ ਆਗੇ ਨਿਕਲेंगे, ਖੁਸ਼ਹਾਲ ਹੋਣਗੇ। ਇੱਕ ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। हैगी ਤਾਂ बोली ਜਿਹੀ ਸੀ। बोली जी मतलब थोड़ी उनको कम समझ में आता था, थोड़ी समझदार नहीं थी, पर सी चंगी। इस घर ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਤੇ ਤਿਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ ਖੁਸ਼ੀਆਂ ਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਵੇਲੇ ਵਿੱਚ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ? कि मतलब वो उनसे पूछता है कि जब बेबी बापू की डेथ हो जाएगी क्या तब भी आओगे मेरे पास? ਮੇਰੇ ਸੁਪਨਿਆਂ 'ਚ ਬੇਬੇ ਕਦੇ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਬਛਰੂਆਂ ਦੀਆਂ ਬੂਥੀਆਂ ਪਲੋਸਦੀ, ਬੂਥੀਆਂ ਮਤਲਬ ਉਨਕੇ ਚਿਹਰੇ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ-ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ ਤੇ ਕਦੀ ਪਾਥੀਆਂ ਪਾਸਦੀ। ਪਾਥੀਆਂ मतलब जो गोबर के उपले होते हैं वो बनाती। ਤਾਂ ਅਸੀਂ ਬੇਬੇ ਜੀ ਪਾਠ ਬਾਰੇ ਪੜ੍ਹਿਆ, ਜਿਸ ਵਿੱਚ ਉਸਨੇ ਆਪਣੇ ਬਚਪਨ ਦਾ ਜ਼ਿਕਰ ਕੀਤਾ ਹੈ ਕਿ ਬਚਪਨ ਦੇ ਵਿੱਚ ਉਸਦਾ ਆਪਣੀ ਬੇਬੇ ਨਾਲ ਬਹੁਤ ਗਹਿਰਾ ਰਿਸ਼ਤਾ ਸੀ ਅਤੇ ਉਸਦੀ ਬੇਬੇ ਉਹਨਾਂ ਨੂੰ ਬਹੁਤ ਸਾਰੀ ਸਿੱਖਿਆ ਵੀ ਦਿੰਦੀ ਸੀ। ਹੁਣ ਅਸੀਂ ਇਸ ਦੇ ਸ਼ਬਦਾਂ ਦੇ ਅਰਥ ਕਰਦੇ ਹਾਂ। ਗੁੰਮ-ਸੁੰਮ ਬੇਸੁਰਤ, ਹਲੀਮੀ ਨਿਮਰਤਾ, ਠੰਡਾ ਸੁਭਾਅ, ਕਟਰੂ ਬਛਰੂ, ਨਵੀਂ ਸੂਈ ਮੱਝ ਦਾ ਗਾਂ ਜਾਂ ਬੱਚਾ, ਕੱਟਾ ਬੱਚਾ, ਬਾਂਦੀ ਗੋਲੀ ਦਾਸੀ, ਪਿੱਛ ਲੱਗ ਪਿੱਛਾ ਕਰਨ ਵਾਲੀ, ਮਗਰੋਂ ਆਉਣ ਵਾਲੀ, ਟਕਸਾਲ ਉਹ ਥਾਂ ਜਿੱਥੇ ਸਿੱਕੇ ਘੜੇ ਜਾਂਦੇ ਹਨ ਜਾਂ ਉੱਤਮ ਸਿੱਖਿਆ ਦੇਣ ਵਾਲੀ ਪਾਠਸ਼ਾਲਾ, ਜੋਖਮ ਔਖਾ ਕੰਮ, ਅਜਿਹਾ ਕੰਮ ਜਿਸ ਵਿੱਚ ਨੁਕਸਾਨ ਹੋਣ ਦਾ ਡਰ ਨਾ ਹੋਵੇ, ਮਖਿਆਲ ਸ਼ਹਿਦ, ਸ਼ਹਿਦ ਦੀਆਂ ਮੱਖੀਆਂ ਦਾ ਛੱਤਾ, ਉਲਾਂਭਾ ਉਲਾਮਾ ਸ਼ਿਕਾਇਤ, ਥੇ ਖੰਡਰ, ਮੁਰਦਾਰ ਮਰਿਆ ਹੋਇਆ, ਲੋਥ, ਬੋਲੀ ਝੱਲੀ, ਕਮਲੀ, ਬੰਦਗੀ ਭਗਤੀ, ਲੱਥਪੱਥ ਲਿਬੜਿਆ ਹੋਇਆ। ਹੁਣ ਇਸ ਦੇ ਪ੍ਰਸ਼ਨਾਂ ਦੇ ਉੱਤਰ ਵੇਖਦੇ ਹਾਂ। ਲੇਖਕ ਦਾ ਜੀਵਨ, ਬਚਪਨ ਦਾ ਜੀਵਨ ਕਿਹੋ ਜਿਹਾ ਸੀ? ਤਾਂ ਲੇਖਕ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ ਅਤੇ ਉਸ ਦਾ ਬਚਪਨ ਪਿੰਡ ਵਿੱਚ ਗੁਜ਼ਰਿਆ, ਜਿੱਥੇ ਉਹ ਖੇਤੀ ਦਾ ਕੰਮ ਕਰਦਾ ਸੀ, ਘਰ ਦਾ ਕੰਮ ਕਰਾਉਂਦਾ ਸੀਗਾ, ਪੇੜਾਂ ਤੋਂ ਛਾਲਾਂ, ਦਰਖਤਾਂ ਤੋਂ ਛਾਲਾਂ ਮਾਰਦਾ ਸੀਗਾ ਅਤੇ ਨਹਿਰ ਦੇ ਵਿੱਚ ਵੀ ਛਾਲਾਂ ਮਾਰ ਕੇ ਘੁੰਮਦੇ ਰਹਿੰਦੇ ਸਨ ਅਤੇ ਉਹਨਾਂ ਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੁੰਦੀ ਸੀ। ਇਸ ਤਰੀਕੇ ਨਾਲ ਉਸ ਦਾ ਬਚਪਨ ਬਹੁਤ ਹੀ ਚੰਗਾ ਬੀਤਿਆ। ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ ਪੁੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ। ਅਤੇ ਜਦੋਂ ਪੁੱਤਰ ਘਰੋਂ ਤੁਰਦਾ ਹੈ ਤਾਂ ਮਾਂ ਰੋਂਦੀ ਹੈ, ਤਾਂ ਪੁੱਤਰ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮੈਂ ਕਿਹੜਾ ਸਰਹੱਦ 'ਤੇ ਜੰਗ ਲੜਨ ਚੱਲਿਆ ਹਾਂ, ਤਾਂ ਮਾਂ ਅੱਗੋਂ ਕਹਿੰਦੀ ਹੈ ਕਿ ਮੱਝਾਂ ਗਾਵਾਂ ਦੇ ਬੱਚੇ ਵੀ ਕਿਹੜਾ ਜੰਗ ਲੜਨ ਜਾਂਦੇ ਹਨ, ਪਰ ਇੱਕ ਮਾਂ ਨੂੰ ਦੁੱਖ ਹੁੰਦਾ ਹੈ ਜਦੋਂ ਉਸਦੇ ਬੱਚੇ ਉਸਦੀਆਂ ਅੱਖਾਂ ਤੋਂ ਦੂਰ ਹੁੰਦੇ ਹਨ। ਲੇਖਕ ਦੇ ਪਰਿਵਾਰ ਦੀ ਉਸਦੇ ਨਾਨਕੇ ਔਕੜ ਸਮੇਂ, ਔਕੜ ਯਾਨੀ ਕਿ ਕਿਸੇ ਮੁਸੀਬਤ ਸਮੇਂ ਕਿਵੇਂ ਮਦਦ ਕਰਦੇ ਸਨ? ਤਾਂ ਜਦੋਂ ਲੇਖਕ ਦੇ ਘਰ ਕਿਤਾਬਾਂ ਜਾਂ ਕੱਪੜੇ ਲੈਣ ਵਾਸਤੇ ਪੈਸੇ ਨਹੀਂ ਹੁੰਦੇ ਸੀ ਤਾਂ ਉਹਨਾਂ ਦੀ ਮਾਂ ਆਪਣੇ ਪੇਕੇ ਘਰ ਜਾਂਦੀ ਸੀ ਅਤੇ ਉੱਥੋਂ ਉਹ ਖਾਲੀ ਨਹੀਂ ਸੀ ਮੁੜਦੀ, ਕਿਉਂਕਿ ਉਹ ਉਹਨਾਂ ਦੀ ਹਰ ਔਕੜ ਸਮੇਂ ਮਦਦ ਕਰਦੇ ਸਨ। ਲੇਖਕ ਦੇ ਘਰ ਦੀ ਲਿਪਾ ਪੋਚੀ ਅਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ? ਲੇਖਕ ਦੇ ਘਰ ਦੁਸਹਿਰੇ ਤੋਂ ਪਹਿਲਾਂ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀਗਾ। ਤਾਂ ਕੰਧਾਂ ਦੇ ਉੱਤੇ ਪਾਂਡੂ ਦੇ ਪਰੋਲੇ ਫੇਰੇ ਜਾਂਦੇ ਸੀ ਅਤੇ ਫਰਸ਼ਾਂ ਨੂੰ ਗਾਰੇ ਦੇ ਨਾਲ ਲਿਪਿਆ ਜਾਂਦਾ ਸੀ। ਮੱਝਾਂ ਦੀ ਸਾਰੇ ਇਸ ਦੇ ਵਿੱਚ ਮਦਦ ਕਰਦੇ ਸਨ। ਮੱਝਾਂ ਦੇ ਸਿੰਗਾਂ ਨੂੰ ਤੇਲ ਲਾਇਆ ਜਾਂਦਾ ਸੀ ਅਤੇ ਕੰਧਾਂ ਨੂੰ ਤੇ ਸਜਾਉਣ ਲਈ ਨਵੀਆਂ ਤਸਵੀਰਾਂ ਲਿਆਂਦੀਆਂ ਜਾਂਦੀਆਂ ਸਨ। ਔਖਾ ਕੰਮ ਨੇਪਰੇ ਚਾੜਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਹੈ? ਨੇਪਰੇ ਚਾੜਨ ਮਤਲਬ ਉਸੇ ਪੂਰਾ ਕਰਨੇ ਕੇ ਲਈ। ਤਾਂ ਬੇਬੇ ਉਹਨਾਂ ਨੂੰ ਸੰਦੇਸ਼ ਦਿੰਦੀ ਹੈ ਕਿ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ, ਹਰ ਕੰਮ ਨੂੰ ਸਾਨੂੰ ਨੇਚਾ ਨਾਲ ਕਰਨਾ ਚਾਹੀਦਾ ਹੈ ਅਤੇ ਰੱਬ 'ਤੇ ਭਰੋਸਾ ਰੱਖਣਾ ਚਾਹੀਦਾ ਹੈ, ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਇਸ ਪਾਠ ਵਿੱਚ ਬੇਬੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਹਨਾਂ ਲਈ ਵਰਤਦੀ ਹੈ ਅਤੇ ਕਿਉਂ? ਇਸ ਪਾਠ ਵਿੱਚ ਬੇਬੇ ਜਿੰਦਰਾ ਸ਼ਬਦ ਆਪਣੇ ਲਈ ਅਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ, ਕਿਉਂਕਿ ਜਦੋਂ ਬੱਚੇ ਆਉਂਦੇ ਹਨ ਤਾਂ ਉਦੋਂ ਹੀ ਉਹ ਜਿੰਦਰਾ ਖੁੱਲ੍ਹਦਾ ਹੈ, ਭਾਵ ਉਸਦੇ ਮਨ ਦੀਆਂ ਗੰਢਾਂ ਖੁੱਲ੍ਹਦੀਆਂ ਹਨ, ਮਨ ਦੀਆਂ ਗੱਲਾਂ ਉਹਨਾਂ ਨਾਲ ਸਾਂਝਾ ਕਰਦੀ ਹੈ।
ਬੇਬੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਵਿਚਕਾਰ ਇੱਕ ਕੜੀ ਦਾ ਕੰਮ ਕਿਵੇਂ ਕਰਦੀ ਹੈ? ਤਾਂ ਬੇਬੇ ਨੂੰ ਜਦੋਂ ਉਸਦੇ ਪੁੱਤਰ ਅਤੇ ਰਿਸ਼ਤੇਦਾਰ ਮਿਲਣ ਆਉਂਦੇ ਹਨ ਤਾਂ ਉਹ ਆਪਸ ਵਿੱਚ ਵੀ ਮਿਲਦੇ ਹਨ, ਜਿਸ ਕਰਕੇ ਉਹਨਾਂ ਵਿੱਚ ਇੱਕ ਸਾਂਝ ਬਣੀ ਰਹਿੰਦੀ ਹੈ। ਇਸ ਲਈ ਬੇਬੇ ਉਹਨਾਂ ਵਿੱਚ ਕੜੀ ਦਾ ਕੰਮ ਕਰਦੀ ਹੈ। ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ ਇਹ ਸ਼ਬਦ ਕਿਸ ਨੂੰ ਅਤੇ ਕਿਉਂ ਕਹੇ? ਇਹ ਸ਼ਬਦ ਲੇਖਕ ਦੇ ਛੋਟੇ ਭਰਾ ਨੇ ਲੇਖਕ ਨੂੰ ਕਹੇ, ਕਿਉਂਕਿ ਉਹਨੂੰ ਐਂ ਲੱਗਦਾ ਸੀਗਾ ਕਿ ਇਹ ਬੇਬੇ ਬਾਪੂ ਕਰਕੇ ਹੀ ਮਿਲਣ ਆਉਂਦੇ ਹਨ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਨਹੀਂ ਆਇਆ ਕਰਨਾ। ਲੇਖਕ ਨੂੰ ਸੁਪਨੇ 'ਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਲੇਖਕ ਨੂੰ ਸੁਪਨੇ ਵਿੱਚ ਬੇਬੇ ਖੇਤਾਂ ਦੇ ਵਿੱਚ ਕੰਮ ਕਰਦੀ, ਮਿਰਚਾਂ ਤੋੜਦੀ, ਕਪਾਹ ਚੁਗਦੀ ਅਤੇ ਪਸ਼ੂਆਂ ਦੇ ਸਿਰ ਪਲੂਸਦੀ, ਮੱਝਾਂ ਨੂੰ ਥਾਪੀਆਂ ਦਿੰਦੀ, ਪਾਥੀਆਂ ਪੱਥਦੀ ਅਤੇ ਝਾੜੂ ਲਾਉਂਦੀ ਦਿਖਾਈ ਦਿੰਦੀ ਹੈ। ਤਾਂ ਬੱਚਿਓ, ਅੱਜ ਅਸੀਂ ਬੇਬੇ ਜੀ ਪਾਠ ਦੇ ਬਾਰੇ ਪੜ੍ਹਿਆ ਹੈ, ਇਸ ਦੇ ਪ੍ਰਸ਼ਨ ਉੱਤਰ ਕਰੇ ਹਨ। ਇਸ ਪਾਠ ਨੂੰ ਤੁਸੀਂ ਪਹਿਲਾਂ ਪੜ੍ਹਨਾ ਹੈ, ਫਿਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨੇ ਹਨ। ਮੈਂ ਲਿਖ ਕੇ ਵੀ ਤੁਹਾਡੇ ਨਾਲ ਇਹਨਾਂ ਨੂੰ ਸ਼ੇਅਰ ਕਰ ਦਾਂਗੀ, ਪਰ ਤੁਸੀਂ ਖੁਦ ਤੋਂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।